ਚਬਰ ਛਤਰ ਤਖਤ ਦੇ ਮਾਲਕ ਭਗਤ ਵਛਲ ਗਰੀਬ ਨਵਾਜ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੜੇ ਅਦਬ ਸਹਿਤ ਜੁੜ ਕਰਕੇ ਬੈਠੇ ਗੁਰੂ ਸਵਾਰਿਓ, ਆਪ ਸਭਨਾਂ ਦੇ ਉੱਪਰ ਸਤਿਗੁਰੂ ਪਾਤਸ਼ਾਹ ਜੀ ਦੀ ਸਵੱਲੀ ਨਜ਼ਰ ਹੋਈ ਹੈ, ਜੋ ਆਪ ਜੀ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਪਹੁੰਚੇ ਹੋ ਅਤੇ ਗੁਰੂ ਸਵਾਰੇ ਕੀਰਤਨੀਏ ਭਾਈ ਸਾਹਿਬ ਭਾਈ ਹਰੀ ਸਿੰਘ ਜੀ ਤਿਨਾਂ ਦੇ ਜਥੇ ਪਾਸੋਂ ਆਸਾ ਕੀ ਵਾਰ ਪਾਵਨ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਆਓ ਸਾਧ ਸੰਗਤ, ਜਿੱਥੇ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਆਪਾਂ ਲਾਹਾ ਪ੍ਰਾਪਤ ਕੀਤਾ ਹੈ, ਉੱਥੇ ਕੁਝ ਸਮਾਂ ਹੋਰ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜਨ ਦਾ ਯਤਨ ਕਰੀਏ। ਵਿਚਾਰ ਅਧੀਨ ਪਾਵਨ ਸ਼ਬਦ ਗੌੜੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਪਾਵਨ ਵਾਰ ਦੇ ਵਿੱਚ ਦਰਜ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 304 ਦੇ ਉੱਪਰ ਇਹ ਪਾਵਨ ਬਚਨ ਸੁਭਾਏਮਾਨ ਹਨ। ਗੌੜੀ ਕੀ ਵਾਰ ਦੀ 9 ਨੰਬਰ ਪੌੜੀ ਦੇ ਨਾਲ ਇਹ ਪਹਿਲਾ ਸ਼ਲੋਕ ਹੈ, ਜਿਸ ਦਾ ਮੂਲ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਸਾਰੀ ਸੰਗਤ ਕਿਰਪਾ ਕਰੋ ਰਸਨਾ ਪਵਿੱਤਰ ਕਰਦਿਆਂ ਸਾਰੇ ਹੀ ਜਪੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਮਨੁੱਖ ਮਾਤਰ ਨੂੰ ਸੰਦੇਸ਼ ਦੇਣ ਦੇ ਲਈ ਬਹੁਤ ਸਾਰੀਆਂ ਉਦਾਹਰਨਾਂ ਜਿਹੜੀਆਂ ਨੇ ਉਹ ਵਰਤੀਆਂ ਹੋਈਆਂ ਨੇ, ਤੇ ਇਹ ਉਦਾਹਰਨਾਂ ਸਾਧ ਸੰਗਤ ਸਾਡੇ ਰੋਜ਼ਾਨਾ ਜ਼ਿੰਦਗੀ ਵਿੱਚ ਜੋ ਅਸੀਂ ਕੰਮਕਾਰ ਕਰਦੇ ਹਾਂ ਉਹਨਾਂ ਦੇ ਵਿੱਚੋਂ ਇਹ ਉਦਾਹਰਨਾਂ ਲਈਆਂ ਹੋਈਆਂ ਨੇ, ਤਾਂ ਕਿ ਸਾਨੂੰ ਗੁਰਮਤਿ ਦੀ ਗੱਲ ਜਿਹੜੀ ਹੈ ਉਹ ਜਲਦੀ ਸਮਝ ਵਿੱਚ ਆ ਜਾਵੇ। ਤੇ ਜਿਸ ਸ਼ਬਦ ਦੀ ਵਿਚਾਰ ਆਪਾਂ ਸਾਂਝੀ ਕਰਨੀ ਹੈ ਇਸ ਪਾਵਨ ਸ਼ਲੋਕ ਦੇ ਅੰਦਰ, ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸੋਝੀ ਬਖਸ਼ਣ ਦੇ ਲਈ, ਚੰਗੇ ਕਰਮਾਂ ਨੂੰ ਕਰਨ ਲਈ ਪ੍ਰੇਰਨਾ ਦਿੰਦਿਆਂ ਹੋਇਆਂ ਸੱਚੇ ਪਾਤਸ਼ਾਹ ਨੇ ਜਿਹੜੀ ਉਦਾਹਰਨ ਵਰਤੀ ਹੈ ਨਾ, ਉਹ ਉਦਾਹਰਨ ਜਿਹੜੀ ਹੈ ਖੇਤੀਬਾੜੀ ਦੀ ਹੈ। ਕਿਉਂਕਿ ਹਿੰਦੁਸਤਾਨ ਦੇ ਅੰਦਰ ਬਹੁਤਾਤ ਲੋਕ ਖੇਤੀਬਾੜੀ ਕਰਦੇ ਨੇ, ਅਤੇ ਜਿਸ ਖਿੱਤੇ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤੇ, ਪੰਜਾਬ ਦੀ ਧਰਤੀ, ਉੱਥੇ ਲਗਭਗ ਜਿਹੜਾ ਮੇਨ ਕੰਮ ਹੈ ਖੇਤੀਬਾੜੀ ਦਾ ਹੀ ਹੈ। ਹੁਣ ਖੇਤੀਬਾੜੀ ਕਰਨ ਵਾਲੇ ਸਾਰੇ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਜਦੋਂ ਕੋਈ ਵੀ ਫਸਲ ਬੀਜਦੇ ਆ, ਫਸਲ ਬੀਜਣ ਤੋਂ ਪਹਿਲਾਂ ਪੈਲੀ ਨੂੰ ਚੰਗੀ ਤਰ੍ਹਾਂ ਵਾਹ ਕੇ ਸਵਾਰਿਆ ਜਾਂਦਾ ਹੈ, ਫਿਰ ਉਹਨੂੰ ਵੱਤਰ ਕੀਤਾ ਜਾਂਦਾ ਹੈ, ਫਿਰ ਵੱਤਰ ਨੂੰ ਸੰਭਾਲ ਕੇ ਉਹਦੇ ਵਿੱਚ ਬੀਜ ਬੀਜਿਆ ਜਾਂਦਾ ਹੈ। ਬੀਜ ਬੀਜਣ ਤੋਂ ਬਾਅਦ ਫਿਰ ਉਹਦੀ ਰਾਖੀ ਵੀ ਕੀਤੀ ਜਾਂਦੀ ਹੈ।
ਤੇ ਸਾਧ ਸੰਗਤ ਸਮਾਂ ਆਉਣ ਤੇ ਬੀਜ ਪੁੰਗਰਦਾ ਹੈ, ਫਿਰ ਉਹਦੀ ਸੰਭਾਲ ਹੁੰਦੀ ਹੈ। ਸਮਾਂ ਆਉਣ ਤੇ ਪਾਣੀ ਲਾਇਆ ਜਾਂਦਾ ਹੈ, ਫਿਰ ਕਰਦਿਆਂ ਕਰਦਿਆਂ ਫਸਲ ਜਿਹੜੀ ਹੈ ਪੱਕ ਜਾਂਦੀ ਹੈ। ਫਿਰ ਪੱਕੀ ਹੋਈ ਫਸਲ ਨੂੰ ਟਾਈਮ ਸਿਰ ਵੱਢ ਕੇ ਉਹਦੇ ਵਿੱਚੋਂ ਜਿਹੜੀ ਫਸਲ ਹੈ ਉਹਨੂੰ ਗਾਹ ਕੇ, ਜਾਂ ਹੁਣ ਜੋ ਵੀ ਇਸ ਦੌਰ ਦੇ ਵਿੱਚ ਮਸ਼ੀਨੀ ਯੁੱਗ ਚੱਲ ਰਿਹਾ ਉਹਦੇ ਨਾਲ ਉਹ ਫਸਲ ਦੇ ਵਿੱਚੋਂ ਜਿਹੜਾ ਅਨਾਜ ਹੈ ਕੱਢਿਆ ਜਾਂਦਾ ਹੈ। ਉਸ ਅਨਾਜ ਦਾ ਬੋਲ ਲਾਇਆ ਜਾਂਦਾ ਹੈ। ਉਸ ਬੋਲ ਨੂੰ ਵੇਖ ਕੇ ਫਿਰ ਜ਼ਿਮੀਂਦਾਰ ਖੁਸ਼ ਹੁੰਦਾ ਵੀ ਇੰਨੀ ਅੱਜ ਪੈਦਾਵਾਰ ਹੋ ਗਈ ਹੈ ਤੇ ਆਉਣ ਵਾਲਾ ਜਿਹੜਾ ਮੇਰਾ ਸਮਾਂ ਹੈ ਉਹ ਬੜੇ ਆਨੰਦ ਵਿੱਚ ਬਤੀਤ ਹੋਵੇਗਾ, ਕਿਉਂਕਿ ਇਸ ਫਸਲ ਦੀ ਪੈਦਾਵਾਰ ਦੇ ਨਾਲ ਮੇਰਾ ਪਰਿਵਾਰ ਪਲੇਗਾ ਤੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਹੋਣਗੀਆਂ। ਇਸੇ ਫਸਲ ਦੇ ਵਿੱਚੋਂ ਹੀ ਮੈਂ ਆਉਣ ਵਾਲੀ ਫਸਲ ਦੇ ਲਈ ਵੀ ਖਰਚਾ ਪਾਣੀ ਕਰਨਾ ਹੈ। ਤੇ ਇੱਕ ਗੱਲ ਧਿਆਨ ਦੇਣ ਵਾਲੀ ਹੈ, ਜ਼ਿਮੀਂਦਾਰ ਦੇ ਫਸਲ ਦੇ ਉੱਪਰ ਕੱਲਾ ਜ਼ਿਮੀਂਦਾਰ ਹੀ ਡਿਪੈਂਡ ਨਹੀਂ ਕਰਦਾ, ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਰਿਜ਼ਕ ਜਿਹੜਾ ਉੱਥੋਂ ਹੀ ਮਿਲਣਾ ਹੈ। ਉਹਨਾਂ ਨੂੰ ਰਿਜ਼ਕ ਉੱਥੋਂ ਹੀ ਮਿਲਣਾ ਹੈ। ਅੱਜ ਆਪਾਂ ਜਦੋਂ ਧਿਆਨ ਮਾਰੀਏ, ਇੱਕ ਜ਼ਿਮੀਂਦਾਰ ਜਦੋਂ ਆਪਣੀ ਫਸਲ ਵੱਢ ਕੇ ਕੱਢ ਕੇ ਉਹਨੂੰ ਵੇਚਣ ਲਈ ਜਾਂਦਾ ਹੈ ਤੇ ਕਿੰਨੇ ਲੋਕ ਜਿਹੜੇ ਨੇ ਉਸ ਫਸਲ ਦੀ ਉਡੀਕ ਵਿੱਚ ਹੁੰਦੇ ਨੇ ਕਿ ਜ਼ਿਮੀਂਦਾਰ ਦੀ ਫਸਲ ਆਵੇ ਤੇ ਸਾਨੂੰ ਕੰਮਕਾਰ ਰੋਜ਼ਗਾਰ ਮਿਲੇ। ਕਿੰਨੇ ਲੋਕ ਨੇ ਜਿਹੜੇ ਉਸ ਫਸਲ ਨੂੰ ਸਾਫ਼ ਕਰਦੇ ਨੇ, ਉਹਦੀ ਪੈਕਿੰਗ ਕਰਦੇ ਨੇ, ਉਹਨੂੰ ਅੱਗੇ ਲੈ ਕੇ ਜਾਂਦੇ ਨੇ, ਫਿਰ ਅੱਗੇ ਜਾ ਕੇ ਵੱਡੇ ਕਾਰਖਾਨਿਆਂ ਫੈਕਟਰੀਆਂ ਦੇ ਵਿੱਚ ਜਾ ਕੇ ਜੇ ਚੌਲ ਦੀ ਫਸਲ ਹੈ, ਚੌਲ ਨਿਕਲਦਾ, ਫਿਰ ਕਿਵੇਂ ਕਿਵੇਂ ਅੱਗੇ ਜਾ ਕੇ ਕਿੱਥੇ ਕਿੱਥੇ ਤੱਕ ਜਾਂਦਾ ਹੈ। ਹਜ਼ਾਰਾਂ ਲੋਕ ਉੱਥੋਂ ਰੋਜ਼ਗਾਰ ਪ੍ਰਾਪਤ ਕਰਦੇ ਨੇ। ਤੋ ਜ਼ਿਮੀਂਦਾਰ ਨੇ ਜਿਹੜੀ ਫਸਲ ਪੈਦਾ ਕੀਤੀ ਹੈ ਉਹਦੇ ਨਾਲ ਹਜ਼ਾਰਾਂ ਲੋਕਾਂ ਨੂੰ ਅੱਗੇ ਰੋਜ਼ਗਾਰ ਮਿਲਿਆ, ਹਜ਼ਾਰਾਂ ਲੋਕਾਂ ਦੇ ਘਰ ਪ੍ਰਸ਼ਾਦੇ ਵਾਸਤੇ ਅਨਾਜ ਪਹੁੰਚਿਆ। ਤੋ ਜ਼ਿਮੀਂਦਾਰ ਦੀ ਜਿਹੜੀ ਕਿਰਤ ਹੈ ਉਹਦਾ ਜ਼ਿਕਰ ਸਤਿਗੁਰੂ ਨੇ ਬਾਣੀ ਵਿੱਚ ਵੀ ਕੀਤਾ ਹੈ। ਅੱਜ ਵੀ ਆਪਾਂ ਵੇਖਦੇ ਹਾਂ ਸਭ ਤੋਂ ਵੱਡੀ ਜਿਹੜੀ ਲੜਾਈ ਦੇਸ਼ ਦੇ ਵਿੱਚ ਲੜੀ ਜਾ ਰਹੀ ਹੈ ਉਹ ਵੀ ਇਸੇ ਗੱਲ ਦੀ ਹੈ ਕਿ ਜਿਹੜਾ ਆਮ ਕਿਰਤੀ ਇਨਸਾਨ ਹੈ, ਕਿਰਤ ਕਰਨ ਵਾਲਾ, ਮਿਹਨਤ ਕਸ਼, ਕਿਤੇ ਤੁਸੀਂ ਉਹਦੀ ਮਿਹਨਤ ਜਿਹੜੀ ਹੈ, ਉਹਦੀ ਕਿਰਤ ਜਿਹੜੀ ਹੈ, ਉਹਦੇ ਕੋਲੋਂ ਤੁਸੀਂ ਉਹ ਨਾ ਖੋਹ ਲਵੋ। ਕਿਤੇ ਇਹ ਨਾ ਹੋਵੇ ਕਿ ਮਿਹਨਤ ਕਸ਼ ਲੋਕ, ਕਿਰਤ ਕਰਨ ਵਾਲੇ ਲੋਕ ਜਿਹੜੇ ਆਪਣੀ ਥੋੜੀ ਥੋੜੀ ਜ਼ਮੀਨ ਦੇ ਵਿੱਚ ਕਿਰਤ ਕਰਕੇ ਆਪਣਾ ਪਰਿਵਾਰ ਪਾਲਦੇ, ਹੋਰ ਕਈਆਂ ਦੀ ਰੋਜੀ ਦਾ ਵਸੀਲਾ ਬਣੇ ਹੋਏ ਨੇ, ਕਿਤੇ ਇਹ ਨਾ ਹੋਵੇ ਕੁਝ ਚੰਦ ਲੋਕ ਪੈਸੇ ਦੇ ਬਲਬੂਤੇ ਤੇ ਆਮ ਕਿਰਤੀਆਂ ਦੇ ਕੋਲੋਂ, ਆਮ ਛੋਟੇ ਸਧਾਰਨ ਜ਼ਿਮੀਂਦਾਰਾਂ ਦੇ ਕੋਲੋਂ ਉਹ ਕਿਰਤ ਦਾ ਵਸੀਲਾ ਜਿਹੜੀ ਜ਼ਮੀਨ ਜਾਇਦਾਦ ਥੋੜੀ ਬਹੁਤ ਪ੍ਰਾਪਰਟੀ ਹੈ ਸਾਰੀ ਕਿਤੇ ਹੜੱਪ ਨਾ ਕਰ ਲੈਣ ਤੇ ਆਮ ਲੋਕ ਜਿਹੜੇ ਨੇ ਉਹਨਾਂ ਨੂੰ ਦੋ ਵਕਤ ਦਾ ਅਨਾਜ ਵੀ ਜਿਹੜਾ ਹੈ ਫਿਰ ਖਰੀਦਣਾ ਔਖਾ ਹੋ ਜਾਏਗਾ, ਮਹਿੰਗਾ ਹੋ ਜਾਏਗਾ। ਕਿਉਂਕਿ ਜ਼ਿਮੀਂਦਾਰ ਦੀ ਇਹ ਵੱਡੇ ਜਿਗਰੇ ਦੀ ਗੱਲ ਹੈ, ਵੱਡਪਣ ਦੀ ਗੱਲ ਹੈ ਕਿ ਜ਼ਿਮੀਂਦਾਰ ਦੇ ਖੇਤ ਵਿੱਚ ਜਾ ਕੇ ਤੁਸੀਂ 2-4 ਗੰਨੇ ਪੁੱਟ ਕੇ ਲੈ ਆਓ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਪਰ ਉਹਨਾਂ ਗੰਨਿਆਂ ਦੀਆਂ ਗਨੇਰੀਆਂ ਬਣਾ ਕੇ ਕਿਸੇ ਸਟੋਰ ਦੇ ਵਿੱਚ ਜਦੋਂ ਪੈਕ ਕਰਕੇ ਰੱਖੀਆਂ ਹੋਣਗੀਆਂ, ਉਹਦੇ ਉੱਪਰ ਬਹੁਤ ਜ਼ਿਆਦਾ ਹਾਈ ਰੇਟ ਲਿਖਿਆ ਹੋਵੇਗਾ ਤੇ ਤੁਹਾਡੀ ਹਿੰਮਤ ਨਹੀਂ ਪੈਣੀ ਵੀ ਅਸੀਂ ਉੱਥੇ ਇੱਕ ਗਨੇਰੀ ਵੀ ਚੁੱਕ ਸਕੀਏ, ਤੇ ਨਾ ਅਗਲਿਆਂ ਚੁੱਕਣ ਵੀ ਦੇਣੀ ਹੈ, ਚੁੱਕਣ ਨਹੀਂ ਦੇਣੀ ਅਗਲਿਆਂ ਨੇ। ਪਰ ਜ਼ਿਮੀਂਦਾਰ ਦੇ ਖੇਤ ਵਿੱਚ ਤੁਸੀਂ ਜਾ ਕੇ ਗੰਨੇ ਪੁੱਟ ਕੇ ਲੈ ਆਓ, ਉਹਦੇ ਛੋਲੇ ਪੁੱਟ ਕੇ ਲੈ ਆਓ, ਸਬਜ਼ੀਆਂ ਤੋੜ ਕੇ ਲੈ ਆਓ, ਉੱਥੇ ਹੋਰ ਕੋਈ ਚੀਜ਼ ਖਾਣ ਪੀਣ ਵਾਲੀ ਤੁਸੀਂ ਖਾ ਲਓ, ਪੀ ਲਓ। ਜ਼ਿਮੀਂਦਾਰ ਆਖੇਗਾ ਵੀ ਕੋਈ ਫਰਕ ਨਹੀਂ ਪੈਂਦਾ ਭਾਈ, ਇਹਦੇ ਨਾਲ ਹੋਰ ਵਾਧਾ ਹੋਏਗਾ ਸਗੋਂ। ਪਰ ਜਦੋਂ ਉਹ ਚੀਜ਼ਾਂ ਕਾਰਪੋਰੇਟ ਘਰਾਣਿਆਂ ਦੇ ਕੋਲ ਆ ਗਈਆਂ
ਤੇ ਸਾਧ ਸੰਗਤ ਇੱਕ ਇੱਕ ਚੀਜ਼ ਦਾ ਤੁਹਾਡੇ ਕੋਲੋਂ ਮੁੱਲ ਵਸੂਲਿਆ ਜਾਏਗਾ ਤੇ ਇੰਨਾ ਮਹਿੰਗੀ ਚੀਜ਼ ਹੋਏਗੀ ਕਿ ਆਮ ਬੰਦੇ ਦੀ ਪਹੁੰਚ ਤੋਂ ਉਹ ਚੀਜ਼ ਪਰੇ ਹੋ ਜਾਏਗੀ। ਆਮ ਬੰਦਾ ਉੱਥੋਂ ਤੱਕ ਪਹੁੰਚ ਨਹੀਂ ਕਰ ਸਕੇਗਾ। ਸੋ ਅੱਜ ਦਾ ਜਿਹੜਾ ਵਿਸ਼ਾ ਹੈ ਖੇਤੀ ਦੇ ਨਾਲ ਸੰਬੰਧਿਤ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਪਣੇ ਹੱਥੀਂ ਸੱਚੇ ਪਾਤਸ਼ਾਹ ਨੇ ਖੇਤੀ ਕੀਤੀ ਹੈ ਤੇ ਬੜਾ ਲੰਬਾ ਸਮਾਂ ਖੇਤੀ ਕੀਤੀ। ਜਦੋਂ ਸਤਿਗੁਰੂ ਪਾਤਸ਼ਾਹ ਜੀ ਉਦਾਸੀਆਂ ਤੋਂ ਵਾਪਸ ਆਏ, ਹਜੂਰ ਨੇ ਫਿਰ ਕਰਤਾਰਪੁਰ ਸਾਹਿਬ ਖੇਤੀਬਾੜੀ ਸ਼ੁਰੂ ਕਰ ਦਿੱਤੀ। ਆਪ ਮਹਾਰਾਜ ਪੈਲੀ ਵਾਹੁੰਦੇ ਨੇ, ਆਪ ਫਸਲ ਬੀਜਦੇ ਨੇ ਤੇ ਜਦੋਂ ਭਾਈ ਲਹਿਣਾ ਜੀ ਮਹਾਰਾਜ ਦੀ ਸ਼ਰਨ ਵਿੱਚ ਆਏ ਸਨ ਸਤਿਗੁਰੂ ਉਦੋਂ ਵੀ ਖੇਤੀਬਾੜੀ ਕਰ ਰਹੇ ਸਨ। ਹੁਣ ਜਿਹੜੀਆਂ ਚੀਜ਼ਾਂ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਰਤਦੇ ਆਂ, ਜਦੋਂ ਉਹ ਉਦਾਹਰਨਾਂ ਦੇ ਕੇ ਸਾਨੂੰ ਗੱਲ ਸਮਝਾਈ ਜਾਵੇਗੀ ਤੇ ਗੱਲ ਬਹੁਤ ਜਲਦੀ ਸਾਡੇ ਸਮਝ ਵਿੱਚ ਆ ਜਾਏਗੀ। ਤੇ ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਸਾਡਾ ਤਨ ਹੈ ਨਾ, ਇਸ ਤਨ ਨੂੰ ਸੱਚੇ ਪਾਤਸ਼ਾਹ ਨੇ ਖੇਤ ਆਖਿਆ। ਇਸ ਤਨ ਨੂੰ ਵੀ ਖੇਤ ਆਖਿਆ। ਮਨ ਹਾਲੀ ਕਿਰਸਾਣੀ ਕਰਨੀ, ਕਹਿੰਦੇ ਮਨ ਹਾਲੀ ਹੈ, ਉੱਚਾ ਆਚਰਣ ਜਿਹੜਾ ਹੈ ਉਹ ਕਿਰਸਾਣੀ ਬਣਾ। ਮਨ ਹਾਲੀ ਕਿਰਸਾਣੀ ਕਰਨੀ, ਨਾਮ ਬੀਜ ਤਨ ਖੇਤ। ਕਹਿੰਦੇ ਤਨ ਤੇਰਾ ਖੇਤ ਹੈ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਨ ਰੂਪੀ ਖੇਤ ਦੇ ਅੰਦਰ ਨਾਮ ਦਾ ਬੀਜ ਬੀਜਣਾ ਤਾਂ ਕਿ ਤੇਰੀ ਖੇਤੀ ਜਿਹੜੀ ਹੈ ਪ੍ਰਫੁੱਲਤ ਹੋ ਸਕੇ। ਹੁਣ ਜੇ ਕਿਸੇ ਜ਼ਿਮੀਂਦਾਰ ਦੇ ਕੋਲ ਜ਼ਮੀਨ ਬੜੀ ਵਧੀਆ ਹੈ, ਜੇ ਜ਼ਮੀਨ ਵਧੀਆ ਤੇ ਉਹਦੇ ਵਿੱਚ ਚੰਗਾ ਬੀਜ ਪਾਵੇਗਾ ਤਾਂ ਹੀ ਚੰਗੀ ਪੈਦਾਵਾਰ ਹੋਏਗੀ। ਜੇ ਜ਼ਮੀਨ ਤੇ ਚੰਗੀ ਉਪਜਾਊ ਹੈ ਪਰ ਉਹਦੇ ਵਿੱਚ ਬੀਜ ਕੋਈ ਚੰਗਾ ਬੀਜਿਆ ਨਹੀਂ ਤੇ ਫਿਰ ਉਪਜਾਊ ਜ਼ਮੀਨ ਵੀ ਕਿਸੇ ਕੰਮ ਦੀ ਨਹੀਂ, ਉਹਦੇ ਵਿੱਚੋਂ ਵੀ ਕੋਈ ਚੰਗੀ ਪੈਦਾਵਾਰ ਨਹੀਂ ਹੋ ਸਕਦੀ। ਇਸ ਕਰਕੇ ਬੜਾ ਧਿਆਨ ਰੱਖਿਆ ਜਾਂਦਾ ਹੈ ਕਿ ਅਸੀਂ ਆਪਣੀ ਜ਼ਮੀਨ ਵਿੱਚ ਕਿਹੜਾ ਬੀਜ ਬੀਜਣਾ ਹੈ, ਜਿਸ ਬੀਜ ਦੇ ਨਾਲ ਚੰਗੀ ਪੈਦਾਵਾਰ ਮਿਲੇ। ਤੇ ਸਿਆਣਾ ਕਿਸਾਨ ਉਸੇ ਨੂੰ ਕਿਹਾ ਜਾਂਦਾ ਏ ਜਿਹੜਾ ਆਪਣੇ ਖੇਤ ਦੇ ਵਿੱਚ ਵਧੀਆ ਕੁਆਲਿਟੀ ਦਾ ਬੀਜ ਬੀਜੇ, ਚੰਗੀ ਉਹਦੀ ਸੰਭਾਲ ਕਰੇ ਤੇ ਚੰਗੀ ਪੈਦਾਵਾਰ ਕੱਢ ਲਵੇ, ਉਹਨੂੰ ਸਿਆਣਾ ਕਿਸਾਨ ਕਹਿੰਦੇ ਲੋਕ ਵੀ ਸਿਆਣਾ ਹੈ। ਤੇ ਜਿਸ ਜ਼ਿਮੀਂਦਾਰ ਦੀ ਫਸਲ ਮਾੜੀ ਹੋਵੇ, ਲੋਕ ਕਹਿੰਦੇ ਵੀ ਇਹਦੇ ਕੋਲ ਕੋਈ ਬਹੁਤੀ ਸਿਆਣਪ ਨਹੀਂ ਹੈ, ਇਹ ਚੰਗਾ ਬੀਜ ਨਹੀਂ ਬੀਜ ਸਕਿਆ, ਇਸ ਕਰਕੇ ਫਸਲ ਦੀ ਮਾੜੀ ਰਹਿ ਗਈ ਹੈ। ਜੇ ਕਣਕ ਦੇ ਵਿੱਚ ਇੱਕ ਨਦੀਨ, ਜਿਸ ਨੂੰ ਆਪਾਂ ਗੁੱਲੀ ਡੰਡਾ ਕਹਿੰਦੇ ਆ, ਕਣਕ ਨਾਲੋਂ ਵੱਡਾ ਵੱਡਾ ਹੁੰਦਾ, ਉਹ ਕਣਕ ਖੇਤ ਵਿੱਚ ਘੱਟ ਦਿਸੇ ਤੇ ਗੁੱਲੀ ਡੰਡਾ ਬਹੁਤਾ ਜ਼ਿਆਦਾ ਹੋਵੇ, ਲੋਕ ਗੁੱਲੀ ਡੰਡੇ ਨੂੰ ਕੁਝ ਨਹੀਂ ਕਹਿੰਦੇ, ਉਸ ਕਿਸਾਨ ਨੂੰ ਮਾੜਾ ਕਹਿੰਦੇ ਨੇ ਵੀ ਕਿਸਾਨ ਨੂੰ ਸਮਝ ਨਹੀਂ, ਸੋਝੀ ਨਹੀਂ। ਤੇ ਸਾਹਿਬ ਜੀ ਕਹਿੰਦੇ ਇਹ ਤਨ ਖੇਤ ਹੈ, ਖੇਤ ਸਰੀਰ ਜੋ ਬੀਜੀ ਸੋ ਅੰਤ ਖਲੋਆ ਆਏ। ਇਸ ਤਨ ਰੂਪੀ ਖੇਤ ਵਿੱਚ ਜੋ ਅਸੀਂ ਬੀਜਾਂਗੇ, ਜੋ ਕਰਮ ਕਰਾਂਗੇ, ਉਹਦਾ ਫਲ ਸਾਹਿਬ ਕਹਿੰਦੇ ਸਾਨੂੰ ਮਿਲਣਾ ਹੈ। ਤੇ ਆਸਾ ਕੀ ਵਾਰ ਦੇ ਵਿੱਚ ਇਹ ਵਚਨ ਵੀ ਆਪਾਂ ਪੜ੍ਹ ਕੇ ਆਏ ਆ, ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹ ਨਿਆਓ। ਕਹਿੰਦੇ ਜੇ ਹੁਣ ਕੋਈ ਜ਼ਹਿਰ ਬੀਜ ਰਿਹਾ ਏ ਨਾ ਤੇ ਉਹਨੂੰ ਜ਼ਹਿਰ ਹੀ ਮਿਲੇਗੀ। ਜ਼ਹਿਰ ਬੀਜ ਕੇ ਕਦੇ ਵੀ ਕਿਸੇ ਨੂੰ ਅੰਮ੍ਰਿਤ ਨਹੀਂ ਮਿਲਿਆ। ਜੇ ਅੰਮ੍ਰਿਤ ਪ੍ਰਾਪਤ ਕਰਨਾ ਚਾਹੁੰਦੇ ਆ ਤੇ ਅੰਮ੍ਰਿਤ ਬੀਜਣਾ ਪਵੇਗਾ, ਕਿਉਂਕਿ ਜਿਹੜੀ ਚੀਜ਼ ਆਪਾਂ ਬੀਜ ਦਿੰਨੇ ਆ ਨਾ, ਉਹ ਚੀਜ਼ ਵਿੱਚ ਵਾਧਾ ਹੋ ਜਾਂਦਾ ਹੈ, ਉਹ ਚੀਜ਼ ਵਿੱਚ ਵਾਧਾ। ਜੇ ਖੇਤ ਵਿੱਚ ਕਣਕ ਬੀਜੀ ਹੈ ਨਾ ਤੇ ਕਣਕ ਦਾ ਬੀਜ ਬੀਜਣ ਲੱਗਿਆਂ ਆਪਾਂ ਸਾਰੇ ਜਾਣਦੇ ਆ ਕਿ ਜਿੰਨਾ ਬੀਜ ਅਸੀਂ ਬੀਜਿਆ ਨਾ, ਉਹ ਬੀਜਿਆ ਹੋਇਆ ਬੀਜ 40-50 ਗੁਣਾ ਵੱਧ ਕੇ ਸਾਨੂੰ ਮਿਲਦਾ ਹੈ। ਜੇ ਖੇਤ ਵਿੱਚ ਅਸੀਂ ਬੀਜ ਪਾਇਆ 1 ਮਣ
ਜਿਹਨੂੰ 40 ਕਿਲੋ ਕਹਿੰਦੇ ਆਪਾਂ, 40 ਕਿਲੋ ਦਾ ਮਣ ਹੈ। 40 ਕਿਲੋ ਇੱਕ ਮਣ ਬੀਜ ਪਾਇਆ ਤੇ ਜਦੋਂ ਫਸਲ ਪੱਕ ਕੇ ਤਿਆਰ ਹੋਵੇਗੀ ਉਹ 40 ਤੋਂ 50 ਗੁਣਾ ਵੱਧ ਜਾਏਗਾ। ਬੀਜ ਬੀਜਿਆ ਹੋਇਆ ਫਸਲ ਜਿਹੜੀ ਹੈ 40-50 ਮਣ ਕਣਕ ਖੇਤ ਵਿੱਚੋਂ ਨਿਕਲੇਗੀ, ਕਿੱਲੇ ਵਿੱਚੋਂ। ਇਸੇ ਤਰ੍ਹਾਂ ਸਰੀਰ ਰੂਪੀ ਧਰਤੀ ਦੇ ਵਿੱਚ ਅਸੀਂ ਜਿਹੜਾ ਵੀ ਕਰਮ ਕੀਤਾ, ਜਿਹੜਾ ਬੀਜ ਬੀਜਿਆ ਹੈ, ਉਹਦਾ ਫਲ ਤੇ ਸਾਨੂੰ ਵੱਢਣਾ ਹੀ ਪਵੇਗਾ ਤੇ ਇਸ ਕੀਤੇ ਹੋਏ ਕਰਮ ਦਾ ਫਲ ਕਈ ਗੁਣਾ ਵੱਧ ਕੇ ਸਾਨੂੰ ਮਿਲੇਗਾ। ਹੁਣ ਬੀਜਿਆ ਤੇ ਜ਼ਹਿਰ ਹੈ, ਆਸ ਰੱਖੀ ਹੋਈ ਹੈ ਅੰਮ੍ਰਿਤ ਦੀ, ਤੇ ਸਾਹਿਬ ਕਹਿੰਦੇ ਜ਼ਹਿਰ ਬੀਜ ਕੇ ਜ਼ਹਿਰ ਹੀ ਵੱਢਣਾ ਪਵੇਗਾ। ਜਦੋਂ ਫਿਰ ਜ਼ਿੰਦਗੀ ਵਿੱਚ ਜ਼ਹਿਰ ਹੀ ਜ਼ਹਿਰ ਭਰ ਗਿਆ ਤੇ ਫਿਰ ਬੰਦਾ ਪਛਤਾਵਾ ਕਰਦਾ, ਲੋਕਾਂ ਨੂੰ ਉਲਾਮੇ ਦੇਣੇ ਸ਼ੁਰੂ ਕਰ ਦਿੰਦਾ ਹੈ। ਸਾਹਿਬ ਕਹਿੰਦੇ ਕਿਸੇ ਨੂੰ ਦੋਸ਼ ਨਾ ਦੇ ਭਾਈ ਦੱਦਾ, ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਹਿੰਦੇ ਕਿਸੇ ਨੂੰ ਦੋਸ਼ ਨਾ ਦੇ। ਹੁਣ ਤੂੰ ਬੀਜ ਕਿਹੋ ਜਿਹਾ ਬੀਜਿਆ ਸੀ, ਕਰਮ ਕਿਹੋ ਜਿਹਾ ਕੀਤਾ ਸੀ, ਇਹਦੇ ਵੱਲ ਤੂੰ ਧਿਆਨ ਦੇਣਾ ਸੀ। ਕਿਸੇ ਨੂੰ ਦੋਸ਼ ਦੇਣ ਨਾਲੋਂ ਚੰਗਾ ਏ ਆਪਣੇ ਕਰਮਾਂ ਨੂੰ ਵੇਖੀਏ ਕਿ ਮੇਰੇ ਕਰਮ ਕਿਹੋ ਜਿਹੇ ਨੇ। ਤੇ ਮਹਾਰਾਜ ਕਹਿੰਦੇ ਹਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਿਰਸਾਣੀ ਲਾਇਆ। ਕਹਿੰਦੇ ਸਾਰੇ ਸਰੀਰ ਹਰੀ ਪ੍ਰਭੂ ਦੇ ਖੇਤ ਹਨ। ਖੇਤ ਹਰ ਆਪ ਕਿਰਸਾਣੀ ਲਾਇਆ, ਤੇ ਸਾਰੇ ਜੀਵਾਂ ਨੂੰ ਸੱਚੇ ਪਾਤਸ਼ਾਹ ਨੇ ਆਪ ਇਹ ਕਿਰਸਾਨੀ ਕਰਨ ਵਾਲੀ, ਖੇਤੀ ਕਰਨ ਵਾਲੀ ਕਿਰਤ ਦੇ ਵਿੱਚ ਲਾਇਆ ਹੋਇਆ ਹੈ। ਅਸੀਂ ਸਾਰੇ ਹੀ ਇਸ ਤਨ ਰੂਪੀ ਖੇਤ ਦੇ ਵਿੱਚ ਕਰਮਾਂ ਰੂਪੀ ਬੀਜ ਬੀਜਣੇ ਨੇ। ਸਤਿਗੁਰੂ ਨੇ ਸਾਰਿਆਂ ਨੂੰ ਲਾਇਆ ਹੋਇਆ, ਸਾਰਿਆਂ ਨੂੰ। ਹਰੇਕ ਮਨੁੱਖ ਕੋਈ ਨਾ ਕੋਈ ਕਰਮ ਕਰ ਰਿਹਾ। ਗੁਰਮੁਖ ਬਖਸ਼ ਜਮਾਈਆਂ ਮਨ ਮੁਖੀ ਮੂਲ ਗਵਾਇਆ। ਅੱਗੇ ਜਾ ਕੇ ਸੱਚੇ ਪਾਤਸ਼ਾਹ ਨੇ ਫਿਰ ਗੱਲ ਕੀਤੀ ਹੈ ਮਨਮੁਖ ਦੀ ਅਤੇ ਗੁਰਮੁਖ ਦੀ। ਹੁਣ ਗੁਰਮੁਖ ਨੇ ਜਿਹੜਾ ਹੈ ਗੁਰੂ ਦੀ ਮੱਤ ਲੈ ਕੇ, ਸਮਝ ਲੈ ਕੇ ਵੀ ਤਨ ਰੂਪੀ ਖੇਤ ਵਿੱਚ ਕਿਹੜਾ ਬੀਜ ਬੀਜਾਂ, ਗੁਰੂ ਕੋਲੋਂ ਸੋਝੀ ਲੈ ਕੇ ਨਾਮ ਰੂਪੀ ਬੀਜ ਤਨ ਰੂਪੀ ਖੇਤ ਵਿੱਚ ਬੀਜਿਆ। ਤੇ ਸਾਹਿਬ ਕਹਿੰਦੇ ਉਹਦਾ ਖੇਤ ਜਿਹੜਾ ਹੈ ਜਮਾਈਆਂ ਦਾ ਅਰਥ ਜੰਮ ਪਿਆ। ਹੁਣ ਬੀਜ ਅਸੀਂ ਜਦੋਂ ਖੇਤ ਵਿੱਚ ਬੀਜਦੇ ਆ ਤੇ ਉਹ ਉੱਗਣਾ ਸ਼ੁਰੂ ਹੋ ਜਾਂਦਾ ਹੈ, ਥੋੜੇ ਥੋੜੇ ਟੰਗੂਰ ਮਾਰਦਾ ਹੈ। ਜਿਹੜਾ ਬੀਜ ਹੈ ਨਾ, ਪਹਿਲਾਂ ਉਹਦੀ ਜੜ ਜਿਹੜੀ ਹੈ ਜ਼ਮੀਨ ਵਿੱਚ ਜਾਏਗੀ, ਫਿਰ ਹੌਲੀ ਹੌਲੀ ਪੱਤੇ ਉਹਦੇ ਬਾਹਰ ਨੂੰ ਨਿਕਲਣੇ ਸ਼ੁਰੂ ਹੁੰਦੇ। ਤੇ ਜ਼ਿਮੀਂਦਾਰ ਜਦੋਂ ਫਸਲ ਬੀਜੇ ਫਿਰ ਗੇੜਾ ਮਾਰਦਾ ਰਹਿੰਦਾ, ਦੇਖਦਾ ਰਹਿੰਦਾ ਜਾ ਜਾ ਕੇ ਖੇਤ ਵਿੱਚ। ਜਦੋਂ ਥੋੜੇ ਥੋੜੇ ਨਰਮ ਜਿਹੇ ਕੂਲੇ ਕੂਲੇ ਪੱਤੇ ਜ਼ਮੀਨ ਤੋਂ ਬਾਹਰ ਆਉਂਦੇ ਬੀਜੇ ਹੋਏ ਬੀਜ ਦੇ, ਤੇ ਜ਼ਿਮੀਂਦਾਰ ਖੁਸ਼ ਹੁੰਦਾ ਵੀ ਜਿਹੜਾ ਬੀਜ ਬੀਜਿਆ ਸੀ ਉਹ ਜੰਮਣਾ ਸ਼ੁਰੂ ਹੋ ਗਿਆ, ਜੰਮਣਾ ਸ਼ੁਰੂ ਹੋ ਗਿਆ। ਕਹਿੰਦੇ ਗੁਰਮੁਖਾਂ ਨੇ ਗੁਰੂ ਦੀ ਮੱਤ ਲੈ ਕੇ ਨਾਮ ਰੂਪੀ ਬੀਜ ਬੀਜਿਆ ਤਨ ਰੂਪੀ ਖੇਤ ਵਿੱਚ, ਤੇ ਗੁਰੂ ਦੀ ਕਿਰਪਾ ਦੇ ਸਦਕਾ ਇਹ ਬੀਜਿਆ ਬੀਜ ਪ੍ਰਫੁੱਲਤ ਹੋ ਰਿਹਾ, ਜੰਮ ਰਿਹਾ ਹੈ। ਮਨਮੁਖੀ ਮੂਲ ਗਵਾਇਆ, ਪਰ ਮਨਮੁਖ ਬੰਦਿਆਂ ਨੇ ਮੂਲ ਹੀ ਗਵਾ ਲਿਆ। ਮਨਮੁਖ ਬੰਦਿਆਂ ਨੇ ਮੂਲ ਗਵਾ ਲਿਆ, ਭਾਵ ਤਨ ਰੂਪੀ ਖੇਤ ਵਿੱਚ ਨਾਮ ਰੂਪੀ ਬੀਜ ਨਹੀਂ ਬੀਜਿਆ, ਮੂਲ ਗਵਾ ਲਿਆ, ਸਮਾਂ ਵੇਸਟ ਕਰ ਲਿਆ ਸਾਰਾ ਹੀ। ਜਿਹੜਾ ਸਵਾਸਾਂ ਰੂਪੀ ਸਮਾਂ ਮਿਲਿਆ ਸੀ, ਪੂੰਜੀ ਮਿਲੀ ਸੀ, ਮੂਲ ਮਿਲਿਆ ਸੀ, ਉਹ ਗਵਾ ਕੇ ਚਲੇ ਗਏ। ਕਿਉਂਕਿ ਹਰ ਇੱਕ ਚੀਜ਼ ਦਾ ਸਮਾਂ ਹੈ, ਰੁੱਤ ਹੈ। ਜਦੋਂ ਰੁੱਤ ਲੰਘ ਜਾਵੇ, ਸਮਾਂ ਲੰਘ ਜਾਵੇ, ਤੇ ਉਦੋਂ ਵੀ ਫਿਰ ਗੱਲ ਨਹੀਂ ਬਣਦੀ। ਹਰ ਇੱਕ ਚੀਜ਼ ਨੂੰ ਬੀਜਣ ਦਾ ਸਮਾਂ ਹੈ। ਤੇ ਸਾਹਿਬ ਕਹਿੰਦੇ ਸਿਆਣਾ ਜ਼ਿਮੀਂਦਾਰ ਉਹੀ ਜਿਹੜਾ ਵੱਤਰ ਦੀ ਸੰਭਾਲ ਕਰ ਲਵੇ, ਸਮੇਂ ਦੀ ਸੰਭਾਲ ਕਰ ਲਵੇ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਆਪਾਂ ਪੜ੍ਹਦੇ ਹਾਂ। ਸਾਹਿਬ ਜੀ ਕਹਿੰਦੇ ਨੇ
ਕਿ ਹਰੀ ਦੇ ਨਾਮ ਨੂੰ ਬੀਜਣ ਦਾ ਸਮਾਂ ਵੀ ਹੈ। ਉਹ ਸਮਾਂ ਕਿਹੜਾ ਹੈ? ਅੰਮ੍ਰਿਤ ਵੇਲਾ, ਜਿਸ ਨੂੰ ਵੱਤਰ ਦਾ ਸਮਾਂ ਆਖਿਆ ਹੈ। ਤੇ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕੇ ਉਸ ਵੱਤਰ ਦੀ ਸੰਭਾਲ ਕਰਦੇ ਨੇ। ਅੰਮ੍ਰਿਤ ਵੇਲੇ ਨਾਮ ਦਾ ਬੀਜ ਤਨ ਰੂਪੀ ਖੇਤ ਵਿੱਚ ਬੀਜਦੇ ਨੇ। ਤੇ ਜੇ ਸਮਾਂ ਲੰਘ ਜਾਏ, ਵੱਤਰ ਖੁਸ਼ਕ ਹੋ ਗਿਆ, ਵੱਤਰ ਨਾ ਸਾਂਭਿਆ ਗਿਆ, ਜੇ ਜ਼ਮੀਨ ਵਿੱਚ ਸਹੀ ਵੱਤਰ ਨਹੀਂ ਹੋਏਗਾ, ਸਹੀ ਨਮੀ ਦੀ ਮਾਤਰਾ ਨਹੀਂ ਹੋਵੇਗੀ, ਤੇ ਜਿੰਨਾ ਮਰਜ਼ੀ ਵਧੀਆ ਬੀਜ ਪਾਈ ਜਾਓ, ਉਹ ਵੀ ਗੱਲ ਨਹੀਂ ਬਣਦੀ। ਤੇ ਸਾਹਿਬ ਕਹਿੰਦੇ ਨੇ ਮਨਮੁਖਾਂ ਨੇ ਉਹ ਸਮੇਂ ਨੂੰ ਸਾਂਭਿਆ ਨਹੀਂ, ਸਮਾਂ ਹੱਥੋਂ ਨਿਕਲ ਗਿਆ, ਮੂਲ ਹੀ ਗਵਾ ਬੈਠੇ। ਜਿਹੜਾ ਬੀਜ ਸੀ ਕੋਲੇ, ਉਹ ਬੀਜ ਹੀ ਨਹੀਂ ਉੱਗਿਆ। ਤੇ ਸਾਹਿਬ ਕਹਿੰਦੇ ਸਭ ਕੋ ਬੀਜੇ ਆਪਣੇ ਭਲੇ ਨੂੰ, ਹਰ ਭਾਵੇ ਸੋ ਖੇਤ ਜਮਾਇਆ। ਕਹਿੰਦੇ ਤਨ ਰੂਪੀ ਖੇਤ ਦੇ ਅੰਦਰ ਸਾਰੇ ਇਹ ਕਿਸਾਨ ਜਿਹੜੇ ਜੀਵ ਨੇ, ਇਹ ਕਰਮ ਕਰਦੇ, ਭਾਵ ਬੀਜ ਬੀਜਦੇ ਨੇ। ਤੇ ਹਰੇਕ ਜ਼ਿਮੀਂਦਾਰ ਦੀ ਕੋਸ਼ਿਸ਼ ਇਹੋ ਹੀ ਹੁੰਦੀ ਹੈ ਕਿ ਮੈਂ ਚੰਗਾ ਬੀਜ ਬੀਜਾਂ, ਚੰਗੀ ਪੈਦਾਵਾਰ ਹੋਵੇ, ਚੰਗੀ ਫਸਲ ਮੈਨੂੰ ਮਿਲੇ। ਕੋਸ਼ਿਸ਼ ਸਾਰਿਆਂ ਦੀ ਇਹੋ ਹੀ ਹੈ। ਹਰੇਕ ਮਨੁੱਖ ਆਪਣੇ ਵੱਲੋਂ ਇਹੋ ਕਹਿੰਦਾ ਜੀ ਮੈਂ ਤੇ ਚੰਗਾ ਹੀ ਕੀਤਾ ਸੀ, ਮੈਂ ਮਾੜਾ ਕਰਮ ਨਹੀਂ ਕੀਤਾ, ਮੈਂ ਆਪਣੇ ਵੱਲੋਂ ਚੰਗਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਹਰੇਕ ਮਨੁੱਖ ਦਾ ਦਾਅਵਾ ਇਹੋ ਹੀ ਹੈ। ਤੇ ਸਾਹਿਬ ਕਹਿੰਦੇ ਬੀਜ ਦੇ ਸਾਰੇ ਹੀ ਨੇ ਭਲੇ ਵਾਸਤੇ, ਕਰਮ ਸਾਰੇ ਮਨੁੱਖ ਕਰਦੇ ਨੇ ਭਲੇ ਵਾਸਤੇ। ਹਰ ਭਾਵੇ ਸੁਖ ਖੇਤ ਜਮਾਇਆ, ਪਰ ਜਿਹੜਾ ਹਰੀ ਨੂੰ ਭਾ ਗਿਆ, ਚੰਗਾ ਲੱਗ ਗਿਆ, ਉਸੇ ਹੀ ਤਨ ਰੂਪੀ ਖੇਤ ਦੇ ਵਿੱਚ ਨਾਮ ਦੀ ਖੇਤੀ ਪ੍ਰਫੁੱਲਤ ਹੁੰਦੀ ਹੈ। ਕੋਸ਼ਿਸ਼ ਸਾਰੇ ਕਰ ਰਹੇ ਨੇ ਇਸ ਤਨ ਰੂਪੀ ਖੇਤ ਵਿੱਚ ਖੇਤੀ ਨੂੰ ਬੀਜਣ ਦੀ, ਪਰ ਜਿਨ੍ਹਾਂ ਉੱਪਰ ਹਰੀ ਪ੍ਰਭੂ ਮਿਹਰ ਕਰਦਾ ਏ, ਕਿਰਪਾ ਕਰਦਾ ਏ, ਉਹਨਾਂ ਦੀ ਖੇਤੀ ਚੰਗੀ ਭਲੀ ਹੋ ਜਾਂਦੀ ਹੈ, ਹਰੀ ਭਰੀ ਹੋ ਜਾਂਦੀ ਹੈ। ਉਹਨਾਂ ਦੇ ਤਨ ਦੇ ਅੰਦਰ ਨਾਮ ਰੂਪੀ ਖੇਤੀ ਪ੍ਰਫੁੱਲਤ ਹੁੰਦੀ ਹੈ। ਹੁਣ ਸਾਹਿਬ ਜੀ ਅੱਗੇ ਫਿਰ ਕਿਰਪਾ ਕਰਕੇ ਸਮਝਾਉਂਦੇ ਨੇ ਕਿ ਗੁਰਸਿੱਖਾਂ ਨੇ ਇਸ ਤਨ ਰੂਪੀ ਖੇਤ ਦੇ ਵਿੱਚ ਕੀ ਬੀਜਿਆ। ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ। ਕਹਿੰਦੇ ਗੁਰਸਿੱਖਾਂ ਨੇ ਗੁਰੂ ਦੀ ਮੱਤ ਲੈ ਕੇ ਤਨ ਰੂਪੀ ਖੇਤ ਵਿੱਚ ਅੰਮ੍ਰਿਤ ਬੀਜ ਦਿੱਤਾ ਹੈ, ਨਾਮ ਰੂਪੀ ਅੰਮ੍ਰਿਤ। ਕਹਿੰਦੇ ਅੰਮ੍ਰਿਤ ਬੀਜਣ ਵਾਲੇ ਨੂੰ ਕੀ ਮਿਲਿਆ ਫਿਰ? ਕਹਿੰਦੇ ਨਾਮ ਫਲ ਅੰਮ੍ਰਿਤ ਪਾਇਆ। ਕਹਿੰਦੇ ਅੰਮ੍ਰਿਤ ਨਾਮ ਬੀਜਣ ਵਾਲੇ ਨੂੰ ਅੰਮ੍ਰਿਤ ਨਾਮ ਦਾ ਫਲ ਹੀ ਪ੍ਰਾਪਤ ਹੋਇਆ, ਕਿਉਂਕਿ ਜਿਹੜਾ ਬੀਜ ਬੀਜਿਆ ਸੀ ਦਾਤ ਤੇ ਉਹੀ ਮਿਲਣੀ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਕਹਿੰਦੇ ਕੋਈ ਇਹ ਸੋਚ ਕੇ ਕਿਤੇ ਮੰਦੇ ਕਰਮਾਂ ਵਿੱਚ ਨਾ ਲੱਗ ਜਾਏ ਵੀ ਜੋ ਮਰਜ਼ੀ ਕਰੀ ਜਾਈਏ ਜੀ, ਸਾਨੂੰ ਕੀ ਫਰਕ ਪੈਂਦਾ ਹੈ। ਕਹਿੰਦੇ ਜਿਹੜੇ ਤੂੰ ਬੀਜ ਬੀਜਦਾ ਹੈ, ਜਿਹੜੇ ਕਰਮ ਕਰਦਾ, ਉਹਦਾ ਫਲ ਤੈਨੂੰ ਭੁਗਤਣਾ ਹੀ ਪੈਣਾ ਹੈ। ਇਹਦਾ ਫਲ ਭੁਗਤਣਾ ਹੀ ਪਵੇਗਾ, ਬਚ ਨਹੀਂ ਸਕਦਾ ਤੂੰ। ਤੇ ਬਾਬਾ ਫਰੀਦ ਸਾਹਿਬ ਜੀ ਨੇ ਸਾਨੂੰ ਸੁਚੇਤ ਵੀ ਕੀਤਾ, ਤਾੜਨਾ ਵੀ ਕੀਤੀ ਇਹਨਾਂ ਸ਼ਬਦਾਂ ਦੇ ਰਾਹੀਂ। ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏ ਦਾ ਪੈਦਾ ਲੋੜੈ ਪੱਟ। ਕਹਿੰਦੇ ਜੇ ਕੋਈ ਖੇਤ ਦੇ ਅੰਦਰ ਕਿੱਕਰਾਂ ਬੀਜ ਰਿਹਾ ਹੈ, ਤੇ ਕਿੱਕਰ ਦੇ ਆਪਾਂ ਵੇਖਦੇ ਸਾਧ ਸੰਗਤ ਕੰਡੇ ਹੁੰਦੇ ਨੇ ਬੜੇ ਤਿੱਖੇ ਸੂਲਾਂ। ਕਹਿੰਦੇ ਜੇ ਖੇਤ ਵਿੱਚ ਕਿੱਕਰਾਂ ਬੀਜੀਆਂ ਨੇ ਤੇ ਉੱਥੋਂ ਕੰਡੇ ਸੂਲਾਂ ਵੱਜਣਗੀਆਂ। ਕਹਿੰਦੇ ਵਧੀਆ ਅੰਗੂਰ ਜਿਹੜੇ ਨੇ, ਬਜੌਰ ਦੇਸ਼ ਦੀਆਂ ਵਧੀਆ ਦਾਖਾਂ, ਉਹ ਨਹੀਂ ਮਿਲ ਸਕਦੀਆਂ। ਤੇ ਜੇ ਕੋਈ ਆਸ ਲਾਈ ਬੈਠਾ ਹੈ ਵੀ ਕਿੱਕਰਾਂ ਬੀਜੀਆਂ ਨੇ ਤੇ ਅੰਗੂਰ ਖਾਵਾਂਗਾ, ਕਹਿੰਦੇ ਬਹੁਤ ਵੱਡੇ ਭੁਲੇਖੇ ਵਿੱਚ ਮਨੁੱਖ। ਹੰਡੈ ਉਨ ਕਤਾਏ ਦਾ ਪੈਦਾ ਲੋੜੈ ਪੱਟ। ਪੱਟ ਕਹਿੰਦੇ ਰੇਸ਼ਮੀ ਕੱਪੜਾ, ਬੜਾ ਮੁਲਾਇਮ ਨਰਮ। ਹੰਡੇ ਦਾ ਮਤਲਬ ਹੈ ਭੇਡੂ ਦੀ ਉੱਨ।
ਕਹਿੰਦੇ ਭੇਡ ਦੀ ਉੱਨ ਕੱਤੀ ਜਾਂਦਾ ਏ ਤੇ ਆਸ ਇਹ ਲਾ ਕੇ ਬੈਠਾ ਵੀ ਮੈਨੂੰ ਰੇਸ਼ਮੀ ਕੱਪੜਾ ਮਿਲੇਗਾ ਬੜਾ ਮੁਲਾਇਮ। ਕਹਿੰਦੇ ਨਹੀਂ ਭਾਈ, ਜੇ ਉੱਨ ਕੱਤ ਰਿਆ ਏ ਤੇ ਰੇਸ਼ਮੀ ਨਰਮ ਮੁਲਾਇਮ ਕੱਪੜੇ ਦੀ ਆਸ ਨਾ ਰੱਖੀ। ਜੇ ਖੇਤ ਵਿੱਚ ਕਿੱਕਰਾਂ ਬੀਜਦਾ ਏ ਤੇ ਅੰਗੂਰਾਂ ਦੀ ਆਸ ਨਾ ਲਾਈ, ਕਿੱਕਰਾਂ ਤੋਂ ਕੰਡੇ ਵੱਜਣਗੇ। ਇਸੇ ਤਰ੍ਹਾਂ ਸਾਹਿਬ ਕਹਿੰਦੇ ਜਿਨ੍ਹਾਂ ਅੰਮ੍ਰਿਤ ਬੀਜਿਆ ਏ ਉਹਨਾਂ ਨੂੰ ਅੰਮ੍ਰਿਤ ਫਲ ਪ੍ਰਾਪਤ ਹੋਇਆ, ਪਰ ਜਿਨ੍ਹਾਂ ਨੇ ਇਸ ਤਨ ਰੂਪੀ ਖੇਤ ਦੇ ਅੰਦਰ ਵਿਸ਼ੇ ਵਿਕਾਰ ਕਮਾਏ, ਮਾੜੇ ਬੀਜ ਬੀਜੇ, ਉਹਨਾਂ ਨੂੰ ਫਿਰ ਉਹੋ ਜਿਹਾ ਫਲ ਭੁਗਤਣਾ ਪਿਆ। ਤੇ ਸੱਚੇ ਪਾਤਸ਼ਾਹ ਜੀ ਇਸ ਸ਼ਲੋਕ ਦੇ ਅੰਦਰ ਕਿਰਪਾ ਕਰਦੇ ਨੇ, ਜਮ ਚੂਹਾ ਕਿਰਸ ਨਿਤ ਕੁਰਕਦਾ, ਹਰ ਕਰਤੈ ਮਾਰ ਕਢਾਇਆ। ਹੁਣ ਜਦੋਂ ਖੇਤ ਵਿੱਚ ਫਸਲ ਤਿਆਰ ਹੋ ਜਾਏ ਨਾ, ਉਦੋਂ ਚੂਹਾ ਜਿਹੜਾ ਹੈ ਉਹ ਫਸਲ ਨੂੰ ਬੜਾ ਖਰਾਬ ਕਰਦਾ ਹੈ। ਚੂਹੇ ਦੀ ਰੋਕਥਾਮ ਵੀ ਕਰਨੀ ਪੈਂਦੀ ਹੈ। ਇੱਥੇ ਜਮ ਨੂੰ ਚੂਹਾ ਆਖਿਆ ਹੈ। ਕਹਿੰਦੇ ਜਮ ਜਿਹੜਾ ਹੈ ਉਹ ਰੋਜ਼ ਹੀ ਸਵਾਸਾਂ ਰੂਪੀ ਪੂੰਜੀ ਨੂੰ ਘਟਾ ਰਿਹਾ ਹੈ, ਟੁੱਕ ਰਿਹਾ ਹੈ, ਖਤਮ ਕਰੀ ਜਾਂਦਾ। ਕਹਿੰਦੇ ਇਹ ਸਹਿਮ ਡਰ ਜਿਹੜਾ ਹੈ ਅੰਦਰ ਬਣਿਆ ਹੋਇਆ, ਇਹ ਡਰ ਅੰਦਰ ਬਣਿਆ ਹੋਇਆ। ਪਰ ਜਿਹੜੇ ਗੁਰਸਿੱਖਾਂ ਨੇ ਨਾਮ ਰੂਪੀ ਖੇਤੀ ਤਨ ਦੇ ਵਿੱਚ ਬੀਜੀ ਹੈ, ਸਤਿਗੁਰੂ ਕਹਿੰਦੇ ਅਕਾਲ ਪੁਰਖ ਫਿਰ ਆਪ ਕਿਰਪਾ ਕਰਕੇ ਉਹਨਾਂ ਦਾ ਇਹ ਡਰ ਜਿਹੜਾ ਹੈ ਇਹ ਦੂਰ ਕਰ ਦਿੰਦਾ ਹੈ। ਬੰਦਗੀ ਕਰਨ ਵਾਲਿਆਂ ਦੇ ਅੰਦਰ ਮੌਤ ਦਾ ਭੈ ਨਹੀਂ ਹੁੰਦਾ, ਮੌਤ ਦਾ ਭੈ ਨਹੀਂ ਹੁੰਦਾ। ਉਹ ਸ਼ੁਕਰਾਨੇ ਵਿੱਚ ਜੀਵਨ ਬਤੀਤ ਕਰਦੇ ਨੇ, ਹਰ ਕਰਮ ਤੇ ਸ਼ੁਕਰ ਕਰਦੇ ਨੇ ਅਕਾਲ ਪੁਰਖ ਪਰਮੇਸ਼ਰ ਦਾ। ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਅਕਾਲ ਪੁਰਖ ਨੇ ਸਾਨੂੰ ਸੰਸਾਰ ਤੇ ਭੇਜਿਆ ਹੈ, ਉਹਦੇ ਹੁਕਮ ਦੇ ਵਿੱਚ ਅਸੀਂ ਜ਼ਿੰਦਗੀ ਜੀ ਰਹੇ ਹਾਂ। ਜਿਸ ਦਿਨ ਉਹਦਾ ਸੱਦਾ ਆ ਗਿਆ ਇਸ ਸੰਸਾਰ ਤੋਂ ਅਸੀਂ ਚਲੇ ਜਾਣਾ ਹੈ, ਇਹ ਨਿਜ਼ਮ ਧੁਰੋਂ ਹੀ ਬਣਿਆ ਆਇਆ ਤੇ ਅਟਲ ਹੈ, ਕੋਈ ਟਾਲ ਨਹੀਂ ਸਕਦਾ। ਇਸ ਕਰਕੇ ਉਹ ਅਕਾਲ ਪੁਰਖ ਪਰਮੇਸ਼ਰ ਦੇ ਇਸ ਹੁਕਮ ਨੂੰ, ਭਾਣੇ ਨੂੰ ਮਿੱਠਾ ਕਰਕੇ ਮੰਨਦੇ ਨੇ ਤੇ ਮੌਤ ਦਾ ਵੀ ਅੰਦਰ ਕੋਈ ਡਰ ਨਹੀਂ ਹੈ, ਕੋਈ ਭੈ ਨਹੀਂ ਉਹਨਾਂ ਦੇ ਅੰਦਰ ਹੁੰਦਾ। ਜਦੋਂ ਸੱਦਾ ਆ ਗਿਆ ਉਹ ਖੜੇ ਮੱਥੇ ਪ੍ਰਵਾਨ ਕਰਕੇ ਤੁਰ ਪੈਂਦੇ ਨੇ। ਤੇ ਮਨਮੁਖ ਬੰਦਾ ਉਹਦੇ ਅੰਦਰ ਸਹਿਮ ਬਣਿਆ ਹੋਇਆ, ਡਰ ਬਣਿਆ ਹੋਇਆ ਵੀ ਕਿਤੇ ਮੌਤ ਜਿਹੜੀ ਹੈ ਇਹ ਮੇਰੇ ਕੋਲ ਨਾ ਆ ਜਾਏ। ਉਹ ਯਤਨ ਕਰਦਾ ਭੱਜਣ ਦਾ, ਡਰਦਾ ਰਹਿੰਦਾ ਹੈ, ਪਰ ਸਾਧ ਸੰਗਤ ਦੇ ਤੋਂ ਬਚ ਨਹੀਂ ਸਕਿਆ ਕੋਈ। ਪਰ ਜਿਹੜਾ ਸਹਿਮ ਸੀ, ਡਰ ਸੀ ਅੰਦਰ, ਉਹ ਡਰ ਦੂਰ ਕਰ ਦਿੱਤਾ ਅਕਾਲ ਪੁਰਖ ਪਰਮੇਸ਼ਰ ਨੇ। ਅੰਦਰ ਨਾਮ ਦੀ ਖੇਤੀ ਪ੍ਰਫੁੱਲਤ ਹੋ ਗਈ ਗੁਰਮੁਖਾਂ ਦੇ। ਕਹਿੰਦੇ ਜਮ ਦਾ, ਮੌਤ ਦਾ ਭੈ ਸੀ, ਜਿਹੜਾ ਡਰ ਸੀ, ਜਿਹੜਾ ਚੂਹਾ ਰੋਜ਼ ਹੀ ਟੁੱਕ ਰਿਹਾ ਸੀ ਨਾ ਅੰਦਰ ਹੀ ਡਰ ਬਣਿਆ ਹੋਇਆ ਸੀ। ਕਹਿੰਦੇ ਸਾਰਾ ਹੀ ਹਰ ਕਰਤੈ ਮਾਰ ਕਢਾਇਆ। ਕਹਿੰਦੇ ਹਰੀ ਪਰਮੇਸ਼ਰ ਨੇ, ਕਰਤੇ ਨੇ ਆਪ ਹੀ ਜਮ ਰੂਪੀ ਚੂਹੇ ਨੂੰ ਹੀ ਬਾਹਰ ਕੱਢ ਦਿੱਤਾ ਮਾਰ ਕੇ। ਅੰਦਰ ਕੋਈ ਹੁਣ ਸਹਿਮ ਨਹੀਂ ਹੈ, ਅੰਦਰ ਕਿਸੇ ਪ੍ਰਕਾਰ ਦਾ ਡਰ ਨਹੀਂ ਰਿਹਾ। ਤੇ ਸਤਿਗੁਰੂ ਕਹਿੰਦੇ ਜਦੋਂ ਗੁਰਮੁਖ ਜਮਾਂ ਦੇ ਡਰ ਤੋਂ ਵੀ ਮੁਕਤ ਹੋ ਗਿਆ, ਜਦੋਂ ਚੂਹੇ ਸਾਰੇ ਮਾਰ ਦਿੱਤੇ ਤੇ ਨਾਮ ਰੂਪੀ ਖੇਤੀ ਜਿਹੜੀ ਹੈ ਉਹ ਬੜੀ ਪ੍ਰਫੁੱਲਤ ਹੋਈ। ਫਿਰ ਕਿਰਸਾਣੀ ਜੰਮੀ ਭਾਉ ਕਰ, ਹਰ ਬੋਹਲ ਬਖਸ਼ ਜਮਾਇਆ। ਭਾਉ ਦਾ ਅਰਥ ਹੈ ਪ੍ਰੇਮ। ਕਹਿੰਦੇ ਪ੍ਰੇਮ ਦੇ ਨਾਲ ਜਿਹੜੀ ਫਸਲ ਬੀਜੀ ਸੀ ਨਾਮ ਰੂਪੀ ਤਨ ਦੇ ਖੇਤ ਵਿੱਚ, ਕਹਿੰਦੇ ਫਸਲ ਤਿਆਰ ਹੋ ਗਈ ਹੈ, ਤਿਆਰ ਹੋ ਗਈ। ਤਿਆਰ ਹੋਈ ਫਸਲ ਨੂੰ ਵੱਢ ਕੇ ਕੱਢ ਕੇ ਉਹਦਾ ਢੇਰ ਲਾ ਦਿੱਤਾ ਜਾਂਦਾ, ਬੋਲ ਉਹਨੂੰ ਕਹਿੰਦੇ ਨੇ। ਕਹਿੰਦੇ ਜਦੋਂ ਜੀਵ ਨੇ ਇਸ ਤਨ ਰੂਪੀ ਖੇਤ ਵਿੱਚ ਨਾਮ ਦਾ ਬੀਜ ਬੀਜਿਆ ਤੇ ਗੁਰੂ ਦੀ ਕਿਰਪਾ ਸਦਕਾ ਫਿਰ ਅੱਜ ਬੋਲ ਲੱਗ ਗਿਆ ਫਸਲ ਦਾ। ਅੱਜ ਮਨੁੱਖ ਦੇ ਜੀਵਨ ਦੇ ਅੰਦਰ ਕੋਈ ਵਿਕਾਰ ਨਹੀਂ ਰਿਹਾ, ਕਿਸੇ ਤਰ੍ਹਾਂ ਦੀ ਵਾਸ਼ਨਾ ਨਹੀਂ ਰਹੀ। ਅੱਜ ਕੇਵਲ ਤਾਂ ਕੇਵਲ ਅੰਦਰ ਨਾਮ ਦਾ ਹੀ ਵਾਸਾ ਹੈ, ਨਾਮ ਦਾ।
ਤੇ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਸਮਝਾਉਂਦੇ ਨੇ, ਮਨ ਹਾਲੀ ਕਿਰਸਾਣੀ ਕਰਨੀ। ਸੱਚੇ ਪਾਤਸ਼ਾਹ ਕਹਿੰਦੇ ਤੇਰਾ ਮਨ ਹਾਲੀ ਬਣ ਜਾਏ ਤੇ ਕਿਰਸਾਣੀ ਕਹਿੰਦੇ ਉੱਚੇ ਆਚਰਣ ਨੂੰ ਬਣਾ। ਤੇ ਸੱਚੇ ਪਾਤਸ਼ਾਹ ਕਹਿੰਦੇ ਤਨ ਰੂਪੀ ਖੇਤ ਵਿੱਚ ਨਾਮ ਦਾ ਬੀਜ ਬੀਜ। ਤੇ ਜਦੋਂ ਨਾਮ ਦਾ ਬੀਜ ਬੀਜੇਗਾ ਤੇ ਸੰਤੋਖ ਦਾ ਸੁਹਾਗਾ ਮਾਰ ਦੇਈ। ਫਿਰ ਕੋਲ ਇੱਕ ਰਾਖਾ ਵੀ ਬਿਠਾਉਣਾ ਹੈ। ਉਹ ਰਾਖਾ ਕਿਹੜਾ ਹੋਵੇ? ਰੱਖ ਗਰੀਬੀ ਵੇਸ। ਗਰੀਬੀ ਵੇਸ ਤੋਂ ਭਾਵ ਹੈ ਕਿ ਦੁਨੀਆਦਾਰੀ ਵਾਲੇ ਵਿਖਾਵੇ ਛੱਡ ਕੇ ਬਿਲਕੁਲ ਸਧਾਰਨ ਜ਼ਿੰਦਗੀ ਜੀ, ਸਿੰਪਲ। ਤੇਰਾ ਜਿਹੜਾ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਬੜਾ ਸਾਦਾ ਹੋਵੇ, ਵਿਖਾਵੇ ਨਾ ਹੋਣ ਤੇਰੀ ਜ਼ਿੰਦਗੀ ਵਿੱਚ। ਫਿਰ ਤਨ ਰੂਪੀ ਖੇਤ ਵਿੱਚ ਬੀਜਿਆ ਨਾਮ ਦਾ ਬੀਜ ਪ੍ਰਫੁੱਲਤ ਹੋ ਜਾਏਗਾ। ਤੇ ਜੇ ਤੂੰ ਦੁਨੀਆ ਦੀ ਸ਼ੌਹਰਤ ਲੈਣ ਦੀ ਖਾਤਰ ਵਿਖਾਵੇ ਤੇ ਅਡੰਬਰ ਕਰਦਾ ਰਿਹਾ, ਫਿਰ ਗੱਲ ਬਣਨੀ ਨਹੀਂ। ਮਨ ਹਾਲੀ ਕਿਰਸਾਣੀ ਕਰਨੀ। ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਤਨ ਰੂਪੀ ਖੇਤ ਦੇ ਵਿੱਚ ਨਾਮ ਦਾ ਬੀਜ ਬੀਜ। ਤੇ ਸਾਹਿਬ ਜੀ ਕਹਿੰਦੇ ਨੇ ਇੱਥੇ ਵੀ, ਕਹਿੰਦੇ ਅੱਜ ਕਿਰਪਾ ਹੋਈ ਹੈ ਹਰ ਬੋਹਲ ਬਖਸ਼ ਜਮਾਇਆ। ਕਹਿੰਦੇ ਹਰੀ ਪਰਮੇਸ਼ਰ ਦੀ ਕਿਰਪਾ ਦੇ ਨਾਲ ਕਹਿੰਦੇ ਅੱਜ ਬੋਲ ਲੱਗ ਗਿਆ, ਰੱਬੀ ਬਖਸ਼ਿਸ਼ਾਂ ਦਾ ਢੇਰ ਲੱਗਾ ਹੋਇਆ ਹੈ। ਨਾਮ ਰੂਪੀ ਖੇਤੀ ਪ੍ਰਫੁੱਲਤ ਹੋ ਗਈ ਹੈ, ਅੰਦਰ ਕੋਈ ਵਿਕਾਰ ਨਹੀਂ ਰਿਹਾ। ਤੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੇ ਆਖਿਆ ਸੀ, ਕਾਮ ਕ੍ਰੋਧ ਦੋਏ ਕਰੋ ਬਸੋਲੇ ਗੋਡੋ ਧਰਤੀ ਭਾਈ। ਕਹਿੰਦੇ ਅੰਦਰ ਵਿਕਾਰ ਜਿਹੜੇ ਨੇ ਇਹ ਪੈਦਾ ਹੁੰਦੇ ਨੇ। ਜ਼ਿਮੀਂਦਾਰ ਕੀ ਕਰਦਾ? ਫਸਲ ਬੀਜ ਕੇ ਫਿਰ ਧਿਆਨ ਰੱਖਦਾ ਏ ਕਿ ਫਸਲ ਬੀਜੀ ਹੈ, ਨਾਲ ਨਦੀਨ ਆਪਣੇ ਆਪ ਹੀ ਉੱਗ ਪੈਣੇ ਨੇ। ਘਾਹ ਹੋਰ ਬਹੁਤ ਸਾਰੇ ਨਦੀਨ ਉਹ ਆਪਣੇ ਆਪ ਹੀ ਉੱਗ ਪੈਂਦੇ, ਉਹ ਬੀਜ ਬੀਜਣ ਦੀ ਲੋੜ ਨਹੀਂ ਪੈਂਦੀ ਉਹਨਾਂ ਦੀ। ਇਸ ਕਰਕੇ ਜੇ ਫਸਲ ਨੂੰ ਬਚਾਉਣਾ ਹੈ, ਉਹ ਨਦੀਨ ਜਿਹੜੇ ਉਹਨਾਂ ਨੂੰ ਪੁੱਟ ਕੇ ਬਾਹਰ ਸੁੱਟਣਾ ਪੈਂਦਾ ਹੈ। ਬਾਹਰ ਪਰਖ ਕੇ ਵੇਖ ਕੇ ਚੰਗੀ ਤਰ੍ਹਾਂ ਵੀ ਫਸਲ ਦਾ ਕਿਤੇ ਰਸ ਹੀ ਨਾ ਲੈ ਜਾਣ ਸਾਰਾ। ਜਿਹੜੀ ਖਾਦ ਰੇ ਸਪਰੇ ਅਸੀਂ ਫਸਲ ਨੂੰ ਕੀਤੀ ਹੈ, ਕਿਤੇ ਨਦੀਨ ਉਹ ਸਾਰਾ ਅਸਰ ਨਾ ਖਿੱਚ ਜਾਣ, ਕਿਤੇ ਫਸਲ ਮਾੜੀ ਨਾ ਰਹਿ ਜਾਏ। ਤੇ ਸਾਹਿਬ ਕਹਿੰਦੇ ਤੂੰ ਵੀ ਵੇਖ ਆਪਣੇ ਤਨ ਰੂਪੀ ਖੇਤ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਇਹ ਕਿਤੇ ਨਦੀਨ ਤੇ ਨਹੀਂ ਪ੍ਰਫੁੱਲਤ ਹੋ ਰਹੇ। ਕਿਤੇ ਜਿਹੜਾ ਨਾਮ ਦਾ ਤੂੰ ਬੀਜ ਬੀਜਿਆ ਏ ਉਹ ਫਸਲ ਤੇ ਖੇਤ ਵਿੱਚ ਲੱਭੇ ਹੀ ਨਾ, ਨਦੀਨ ਹੀ ਮਿਲਣ ਖੇਤ ਵਿੱਚ। ਇਵੇਂ ਹੁੰਦਾ ਹੈ ਜਦੋਂ ਨਦੀਨ ਹਾਵੀ ਹੋ ਜਾਣ ਤੇ ਫਸਲ ਮਾੜੀ ਰਹਿ ਜਾਂਦੀ ਹੈ, ਫਸਲ ਮਿਲਦੀ ਨਹੀਂ ਖੇਤ ਵਿੱਚ। ਚਾਰੇ ਪਾਸੇ ਨਦੀਨ ਹੀ ਮਿਲਦੇ ਨੇ, ਘਾਹ ਹੀ ਮਿਲੇਗਾ। ਸੋ ਜ਼ਿਮੀਂਦਾਰ ਉਹਨਾਂ ਨਦੀਨਾਂ ਨੂੰ ਪੁੱਟ ਕੇ ਬਾਹਰ ਸੁੱਟ ਦਿੰਦਾ ਤਾਂ ਕਿ ਫਸਲ ਪ੍ਰਫੁੱਲਤ ਹੋ ਸਕੇ। ਸਤਿਗੁਰੂ ਕਹਿੰਦੇ ਜ਼ਿੰਦਗੀ ਦੇ ਅੰਦਰ ਜਿਹੜੇ ਵਿਕਾਰ ਨੇ, ਮਾੜੇ ਐਬ ਨੇ, ਉਹਨਾਂ ਨੂੰ ਕੱਢ ਕੇ ਬਾਹਰ ਸੁੱਟ ਦੇ, ਫਿਰ ਫਸਲ ਜਿਹੜੀ ਨਾਮ ਦੀ ਪ੍ਰਫੁੱਲਤ ਹੋ ਜਾਏਗੀ। ਤਿੰਨ ਕਾ ਕਾੜਾ ਅੰਦੇਸਾ ਸਭ ਲਾਹੇ ਹੋਣ, ਜਿਹਨੇ ਸਤਿਗੁਰ ਪੁਰਖ ਧਿਆਇਆ। ਕਹਿੰਦੇ ਜਿਨ੍ਹਾਂ ਦੀ ਫਿਰ ਫਸਲ ਚੰਗੀ ਹੋ ਗਈ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਹੈ। ਫਸਲ ਦਾ ਬੋਲ ਲੱਗਿਆ ਵੇਖ ਕੇ ਖੁਸ਼ ਹੋ ਜਾਂਦੇ ਨੇ। ਇਸੇ ਤਰ੍ਹਾਂ ਜ਼ਿੰਦਗੀ ਅੰਦਰ ਨਾਮ ਦੀ ਖੇਤੀ ਪ੍ਰਫੁੱਲਤ ਹੋਏਗੀ, ਵਿਸ਼ੇ ਵਿਕਾਰ ਸਾਰੇ ਮੁੱਕ ਜਾਣਗੇ। ਤੇ ਜਿਨ੍ਹਾਂ ਨੇ ਇਉਂ ਸਤਿਗੁਰੂ ਪੁਰਖ ਨੂੰ ਧਿਆਇਆ, ਗੁਰੂ ਗੁਰੂ ਜਪਿਆ, ਉਹਨਾਂ ਨੂੰ ਕੋਈ ਫਿਕਰ ਨਹੀਂ ਹੈ। ਜਨ ਨਾਨਕ ਨਾਮ ਅਰਾਧਿਆ, ਆਪ ਤਰਿਆ ਸਭ ਜਗਤ ਤਰਾਇਆ। ਗੁਰੂ ਨਾਨਕ ਸਾਹਿਬ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੇ ਸਾਹਿਬ ਜੀ ਤਰਸ ਕਰਨ, ਆਪਾਂ ਵੀ ਸਾਰੇ ਕਿਰਸਾਨੀ ਕਰ ਰਹੇ ਹਾਂ, ਆਪਾਂ ਵੀ ਯਤਨ ਕਰਨਾ ਹੈ ਇਸ ਤਨ ਰੂਪੀ ਖੇਤ ਦੇ ਅੰਦਰ ਨਾਮ ਦਾ ਬੀਜ ਬੀਜੀਏ। ਤੇ ਸਾਹਿਬ ਕਹਿੰਦੇ ਜਦੋਂ ਨਾਮ ਦਾ ਬੀਜ ਬੀਜਾਂਗੇ ਤੇ ਫਿਰ ਅੰਦਰੋਂ ਜਿਹੜੇ ਵਿਸ਼ੇ ਵਿਕਾਰਾਂ ਦੇ ਨਦੀਨ ਨੇ ਉਹ ਹੌਲੀ ਹੌਲੀ ਕੱਢ ਕੇ ਪੁੱਟ ਕੇ ਬਾਹਰ ਸੁੱਟੀਏ ਤੇ ਨਾਮ ਦੀ ਖੇਤੀ ਪ੍ਰਫੁੱਲਤ ਹੋਏਗੀ। ਅਸੀਂ ਵੀ ਫਿਰ ਚੰਗੇ ਕਿਰਸਾਨ ਬਣ ਸਕਦੇ ਹਾਂ, ਗੁਰੂ ਦੇ ਦਰ ਤੇ ਪ੍ਰਵਾਨ ਹੋ ਸਕਦੇ ਹਾਂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਨਾ ਚਿਤਾਰਨੀਆਂ।
ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਾਮ